पर जो किसान मंडी ਦੇ ਵਿੱਚ ਜਾਂਦਾ ਹੈ ਉੱਥੇ ਆਪਣਾ ਫਸਲ ਆਪਾਂ ਵੇਚਦੇ ਆ ਤਾਂ ਕੰਡਾ ਵੀ ਉਹਨਾਂ ਦਾ ਹੁੰਦਾ ਹੈ ਤੇ ਜਿਹੜਾ ਉਹ ਰੇਟ ਮੁੱਲ ਮਾਲ ਉਹ ਕਰਦੇ ਨੇ ਉਹ ਵੀ ਉਹਨਾਂ ਦੇ ਪਸੰਦ ਦਾ ਹੁੰਦਾ। ਇਹ ਇਕੱਲਾ ਕਿਸਾਨਾਂ ਦੇ ਉੱਤੇ ਹਮਲਾ ਨਹੀਂ ਹੈ, ਮਜ਼ਦੂਰਾਂ ਦੇ ਉੱਤੇ ਹਮਲਾ। ਦੇਸ਼ ਭਗਤ ਕਹਿਣ ਵਾਲੇ ਬੰਦੇ ਦੇਸ਼ ਨੂੰ ਕੁੜੀਆਂ ਦੇ ਵਿੱਚ ਪਾ ਕੇ ਸਾਰੇ ਜਣੀ ਵੇਚਣਾ ਸ਼ੁਰੂ ਕਰਤਾ। ਇਹ ਮੈਂ ਕਹਿ ਰਿਹਾ ਹੈ ਕਿੰਨੇ ਕਾਨੂੰਨ ਖਤਮ ਕਰਨ ਨਾਲੋਂ ਸੰਕਟ ਖਤਮ ਨਹੀਂ ਹੋਊਗਾ। ਪੁਰਾਣੇ ਲੀਡਰਾਂ ਦਾ ਆਪਾਂ ਖਹਿੜਾ ਨਹੀਂ ਛੱਡਦੇ। ਤੁਸੀਂ ਸੋਚ ਸਕਦੇ ਸੀਗੇ ਜਿਹੜੇ ਗਵਈਏ ਭੜਕਾਊ ਤੇ ਉਹ ਜੇ ਅਸ਼ਲੀਲ ਗਾਣੇ ਗਾਉਂਦੇ ਸੀਗੇ ਜਾਂ ਜੱਟ 24 ਘੰਟੇ ਕਰਦੇ ਸੀ, ਦਾਰੂਆਂ ਦੀਆਂ ਗੱਲਾਂ ਕਰਦੇ ਸੀ, ਦੇਸ਼ ਭਗਤੀ ਦੀਆਂ ਗੱਲਾਂ ਕਰਨ ਲੱਗ ਪਏ। ਉਹਨਾਂ ਚੋਂ ਇੰਡੀਵਿਜੂਅਲ ਤੇ ਚੰਗੇ ਹੋ ਸਕਦੇ ਆ, ਪਰ ਜਿਹੜੀਆਂ ਮੁੱਖ ਪਾਰਟੀਆਂ ਆ ਉਹਨਾਂ ਦਾ ਤਾਂ ਕਾਫੀ ਜਲੂਸ ਨਿਕਲ। ਪਹਿਲਾਂ PPP ਬਣਾਈ ਮਨਪ੍ਰੀਤ ਬਾਦਲ ਵਾਲੀ, ਉਹ ਤੇ ਚੱਲਣ ਤੋਂ ਪਹਿਲਾਂ ਹੀ ਛੁਰਲੀ ਜਿਹੜੀ ਆ ਫੇਲ ਹੋ ਗਈ। ਜਿਹੜੀ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਉਹ ਵੀ ਫੇਲ ਹੋ ਗਈ। ਜਾਂ ਇਹ ਲੋ ਜਿਹੜੀ ਜਗ ਪਈ ਹੈ ਇਹਦੀ ਰੋਸ਼ਨੀ ਦੂਰ ਤੱਕ ਜਾਊਗੀ। ਇਹ ਮੰਗ ਕਰ ਰਿਹਾ ਕਿ ਪ੍ਰਧਾਨ ਮੰਤਰੀ ਆ ਕੇ ਸਾਡੇ ਨਾਲ ਗੱਲ ਕਰੇ, ਉਦੋਂ ਥੱਲੇ ਗੱਲ ਨਹੀਂ ਅਸੀਂ ਕਰਾਂਗੇ। ਪੰਜਾਬ ਸਥਾਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅਸੀਂ ਟਿਕਰੀ ਬਾਰਡਰ ਤੇ ਹਾਂ, ਸਾਡੇ ਨਾਲ ਇੱਥੇ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ, ਉਹਨਾਂ ਨਾਲ ਕੁਝ ਕੁ ਸੰਘਰਸ਼ ਦੇ ਸੰਬੰਧ ਤਾਂ ਗੱਲਾਂ ਬਾਤਾਂ ਕਰਾਂਗੇ। ਪ੍ਰਧਾਨ ਜੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ। ਇੱਕ ਆਪਾਂ ਸੰਘਰਸ਼ ਦੇ ਅਕੋਰਡਿੰਗ ਗੱਲ ਕਰੀਏ, ਜੇਕਰ ਆਪਾਂ ਕਿਸੇ ਰੇਹੜੀ ਤੋਂ ਸੌਦਾ ਲੈਂਦੇ ਆ ਤਾਂ ਸਮਾਨ ਵੀ ਉਹਨਾਂ ਦਾ ਹੁੰਦਾ ਹੈ, ਤੱਕੜੀ ਵੀ ਉਹਨਾਂ ਦੀ ਹੁੰਦੀ ਹੈ ਤੇ ਪੈਸੇ ਉੱਥੇ ਆਪਣੇ ਹੁੰਦੇ ਨੇ। ਪਰ ਜਦੋਂ ਕਿਸਾਨ ਮੰਡੀ ਦੇ ਵਿੱਚ ਜਾਂਦਾ ਹੈ ਉੱਥੇ ਆਪਣਾ ਫਸਲ ਆਪਾਂ ਵੇਚਦੇ ਆ ਤਾਂ ਕੰਡਾ ਵੀ ਉਹਨਾਂ ਦਾ ਹੁੰਦਾ ਹੈ ਤੇ ਜਿਹੜਾ ਉਹ ਰੇਟ ਮੁੱਲ ਮਾਲ ਉਹ ਕਰਦੇ ਨੇ ਉਹ ਵੀ ਉਹਨਾਂ ਦੇ ਪਸੰਦ ਦਾ ਹੁੰਦਾ ਹੈ। ਇਹ ਕਿਉਂ? ਇਹ ਸਾਰੀ ਦੁਨੀਆ 'ਚ ਇਹ ਧੱਕਾ ਖੇਤੀ ਨਾਲ ਹੁੰਦਾ। ਭਾਵੇਂ ਕੋਈ ਬਹੁਤ ਵੱਡਾ ਕਿਸਾਨ ਹੋਵੇ, ਭਾਵੇਂ ਅਮਰੀਕਾ ਦਾ ਕਿਸਾਨ ਹੋਵੇ, ਭਾਵੇਂ ਜਰਮਨੀ ਦਾ ਕਿਸਾਨ ਹੋਵੇ ਤੇ ਭਾਵੇਂ ਭਾਰਤ ਦਾ ਕਿਸਾਨ ਜਾਂ ਪੰਜਾਬ ਦਾ ਕਿਸਾਨ। ਇਹ ਪਤਾ ਨਹੀਂ ਇਤਿਹਾਸਕ ਤੌਰ ਤੇ ਕਿਉਂ ਹੋਇਆ, ਪਰ ਇਹ ਧੱਕਾ ਤੇ ਹੈ। ਇਹੀ ਕਾਰਨ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਕਿਸਾਨ ਵੀ ਭਾਵੇਂ ਹਜ਼ਾਰਾਂ ਏਕੜ ਦਾ ਮਾਲਕ ਹੋਵੇ, ਜਦ ਤੱਕ ਸਰਕਾਰ ਉਸ ਨੂੰ ਜਾਣੀ ਥੋੜੀ ਬਹੁਤੀ ਕੀਮਤ ਨਹੀਂ, ਬਹੁਤ ਵੱਡੇ ਪੱਧਰ ਤੇ ਉਹਨੂੰ ਸਬਸਿਡੀ ਨਹੀਂ ਦਿੰਦੀ, ਔਰ ਵੱਡੇ ਪੱਧਰ ਦਾ ਮਤਲਬ 200% 300%। ਅੱਜ ਤੋਂ 30 ਸਾਲ ਪਹਿਲਾਂ ਵੀ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਫਾਰਮਰ ਹੈਗੇ ਆ ਉਹਨਾਂ ਦੀ ਸਰਕਾਰ ਉਹਨਾਂ ਨੂੰ 300% ਦੀ ਸਬਸਿਡੀ ਦਿੰਦੀ ਸੀ। ਤੇ ਅੱਜ ਦੀ ਜਿਹੜੀ ਸਾਡੀ ਸਰਕਾਰ ਆ, ਜਿਸ ਕਰਕੇ ਸਾਰੇ ਕਿਸਾਨ ਇੱਥੇ ਬੈਠੇ ਆ, ਰੌਲਾ ਇੰਨੀ ਦੇਰ ਦਾ ਪੈ ਰਿਹਾ ਪੰਜਾਬ ਦਾ, ਭਾਰਤ ਦਾ, ਉਹਦਾ ਮੁੱਖ ਕਾਰਨ ਇਹੀ ਹੈ ਕਿ ਜਿਹੜੀਆਂ ਸਾਡੀਆਂ ਦੇਸ਼ ਦੇ ਕਾਰਪੋਰੇਟ ਆ ਜਾਂ ਵਿਦੇਸ਼ੀ ਜਿਹੜੀਆਂ ਫਾਈਨੈਂਸ਼ੀਅਲ ਏਜੰਸੀਆਂ, ਵਰਲਡ ਬੈਂਕ, WTO, ਇਹ ਸਾਰੇ ਇਹ ਉਹ ਸਬਸਿਡੀ ਜਿਹਨੂੰ ਅਸੀਂ MSP ਕਹਿੰਦੇ ਆ, ਉਹ ਬੜੀ ਦੇਰ ਦੀ ਸਾਡੀ ਬਾਂਹ ਮਰੋੜ ਰਿਹਾ ਪਿਛਲੇ 25 ਸਾਲ ਦੀ, ਕਿ ਇਹਨੂੰ ਬੰਦ ਕਰੋ। ਤੁਸੀਂ ਇਹਦੇ ਨਾਲ ਆਪਣੀ ਖੇਤੀ ਨੂੰ ਬਚਾਇਆ ਹੋਇਆ, ਤੁਸੀਂ ਆਪਣੇ ਕਿਸਾਨ ਨੂੰ ਬਚਾਇਆ। ਉਹ ਜ਼ਮੀਨ ਉਹਨਾਂ ਨੂੰ ਖਦੇੜ ਕੇ ਉੱਥੋਂ ਸਾਡੇ ਹੱਥ ਆਉਣੀ ਚਾਹੀਦੀ ਹੈ। ਇਹ ਬੜੀ ਦੇਰ ਦਾ ਦਬਾਅ ਪੈ ਰਿਹਾ ਸੀ, ਔਰ ਮੋਦੀ ਜੀ ਉਹਨਾਂ ਦੇ ਵੱਡੇ ਭਗਤ ਤੇ ਸੇਵਾਦਾਰ ਨਿਕਲੇ ਆ। ਕਹਿੰਦੇ ਤੇ ਆਪਣੇ ਆਪ ਨੂੰ ਦੇਸ਼ ਭਗਤ ਆ, ਪਰ ਹੈਗੇ ਜਾਨੀ ਜਿਹੜੇ ਵੱਡੇ ਕਾਰਪੋਰੇਟ ਆ ਉਹਨਾਂ ਦੇ ਭਗਤ ਆ। ਇਹੀ ਸਾਰਾ ਸੰਕਟ ਹੈ। ਜਿਹੜੇ ਹੁਣ ਕਿਸਾਨ ਜਿਹੜੇ ਆਪਾਂ ਖੇਤੀ ਮਾਰੂ ਬਿੱਲ ਹੁਣ ਕਹਿੰਦੇ ਆ ਵੀ ਇਹ ਕਾਨੂੰਨ ਬਣ ਗਏ, ਪਰ ਜੇ ਖੇਤੀ ਮਾਰੂ ਕਾਨੂੰਨਾਂ ਬਣਨ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰਦਾ ਸੀ, ਕਰਜ਼ੇ ਸੀ, ਤੇ ਪਹਿਲਾਂ ਵੀ ਹਾਲਤ ਕੋਈ ਸਹੀ ਨਹੀਂ ਸੀ। ਚਲੋ ਆਪਾਂ ਮੰਨਦੇ ਆ ਕਿ ਪ੍ਰਮਾਤਮਾ ਕਰੇ ਇਹ ਕਾਨੂੰਨ ਰੱਦ ਹੋ ਜਾਣ, ਪਰ ਕੀ ਰੱਦ ਹੋਣ ਤੋਂ ਬਾਅਦ ਕਿਸਾਨਾਂ ਦੀ ਦੁਰਦਸ਼ਾ ਸਹੀ ਰਹੂਗੀ? ਸੰਕਟ ਬਹੁਤ ਗਹਿਰਾ ਆ। ਇਹ ਇਕੱਲਾ ਕਿਸਾਨਾਂ ਦੇ ਉੱਤੇ ਹਮਲਾ ਨਹੀਂ ਹੈ, ਮਜ਼ਦੂਰਾਂ ਦੇ ਉੱਤੇ ਹਮਲਾ, ਪਬਲਿਕ ਸੈਕਟਰ ਦੇ ਜਿਹੜੇ EMPLOYE ਆ ਉਹਨਾਂ ਤੇ ਬੜਾ ਵੱਡਾ ਹਮਲਾ। ਔਰ ਜਿਹੜੇ ਸਾਡਾ ਪਬਲਿਕ ਸੈਕਟਰ ਬਹੁਤ ਪੈਸਾ ਕਮਾ ਕੇ, ਕਮਾਊ ਪੁੱਤ ਜਿਹੜਾ ਸਰਕਾਰਾਂ ਨੂੰ ਦੇ ਰਹੇ ਆ, ਉਹ ਵੀ ਅਜੇ ਉਸੇ ਤਰ੍ਹਾਂ ਹੀ ਆ। ਯਾਨੀ ਉਹਨਾਂ ਨੂੰ ਵੀ ਉਹ ਚੁੱਕ ਕੇ ਵੇਚਣਾ ਸ਼ੁਰੂ ਕੀਤਾ। ਹੁਣ ਮੈਂ ਛੋਟੀ ਐਗਜ਼ਾਮਪਲ ਦਊਂਗਾ, ਚੰਡੀਗੜ੍ਹ ਦਾ ਬਿਜਲੀ ਦਾ ਜਿਹੜਾ ਮਹਿਕਮਾ, ਉਹ 200 ਤੋਂ 250 ਕਰੋੜ, ਚੰਡੀਗੜ੍ਹ ਕੀ ਆ, ਚਿੜੀ ਦੇ ਪਹੁੰਚੇ ਜਿੰਨਾ ਸ਼ਹਿਰ ਹੈਗਾ, ਉਹ 200 ਤੋਂ 250 ਕਰੋੜ ਹਰ ਸਾਲ ਪੈਸਾ ਕਮਾ ਕੇ ਸਰਕਾਰ ਨੂੰ ਦੇ ਰਿਹਾ, ਉਹਨੂੰ ਵੇਚਣਾ ਲਾਤਾ। ਅਦਾਨੀ ਨੂੰ ਹੁਣੇ ਬੋਲੀ ਹੋ ਰਹੀ ਸੀ, ਅਜੇ ਟੈਂਪਰੇਰੀਲੀ ਰੋਕਿਆ, ਆਖਿਰਕਾਰ ਉਹ ਵੇਚ ਦੇਣਗੇ, ਕਿਉਂਕਿ ਉੱਥੋਂ ਜਿਹੜਾ ਪੈਸਾ ਪਬਲਿਕ ਦੀ ਜੇਬ 'ਚ ਜਾਣਾ ਉਹ ਨਾ ਜਾਏ, ਉਹ ਕਿਸੇ ਕਾਰਪੋਰੇਟਾਂ ਦੀ ਜੇਬ 'ਚ ਜਾਏ। ਇਹ ਜਿਹੜੀ ਇੱਕ ਵੱਡੀ ਸਾਜ਼ਿਸ਼ ਮੈਂ ਸਮਝਦਾ। ਯਾਨੀ ਇਹ ਸਭ ਤੋਂ ਵੱਡੇ ਆਪਣੇ ਆਪ ਨੂੰ ਦੇਸ਼ ਭਗਤ ਕਹਿਣ ਵਾਲੇ ਬੰਦੇ ਦੇਸ਼ ਨੂੰ ਪੁੜੀਆਂ ਦੇ ਵਿੱਚ ਪਾ ਕੇ ਸਾਰੇ ਜਣੀ ਵੇਚਣਾ ਸ਼ੁਰੂ ਕਰਤਾ। ਇਹ ਮਾੜੀ ਗੱਲ ਹੈ। ਹੁਣ ਜੇ ਕਹੀਏ ਕਿਸਾਨਾਂ ਦੀ ਮੰਗ ਹੈ ਕਾਨੂੰਨ ਰੱਦ ਕਰਾਉਣ ਦੀ, ਜਿਸ ਤੇ ਨੋ ਦੀ,
ਪਰ ਕਿਤੇ ਨਾ ਕਿਤੇ ਇਹ ਨਹੀਂ ਹੁੰਦਾ ਵੀ ਅੱਜ ਦੀ ਟਾਈਮ ਕਿਸਾਨ ਲੀਡਰ ਵੀ ਆਪਣਾ ਕਿ ਖੇਤੀ ਦਾ ਮਾਡਲ ਉਹਨਾਂ ਕੋਲੇ ਰੱਖਣ ਕਿ ਤੁਹਾਡੇ ਵਾਲਾ ਖੇਤੀ ਜਿਹੜਾ ਤੁਸੀਂ ਮਾਡਲ ਸਾਨੂੰ ਦੇ ਰਹੇ ਹੋ ਇਹ ਰੱਦ ਕਰੋ, ਆਹ ਚੀਜ਼ ਲਾਗੂ ਕਰੋ ਜਿਹਦੇ ਵਿੱਚ ਆੜ੍ਹਤੀਆਂ ਦਾ ਫਾਇਦਾ ਵੀ ਹੋਵੇ, ਮਜ਼ਦੂਰਾਂ ਦਾ ਹੋਵੇ। ਤੁਹਾਨੂੰ ਲੱਗਦਾ ਨਹੀਂ ਵੀ ਆਪਣਾ ਪੰਜਾਬ ਦਾ ਵੀ ਇੱਕ ਖੇਤੀ ਮਾਡਲ ਚਾਹੀਦਾ ਜਿਹੜਾ ਉਹ ਸਰਕਾਰ ਕੋਲੇ ਪੇਸ਼ਕਸ਼ ਕਰਨ ਕਿ ਆਹ ਲਾਗੂ ਕਰੋ? ਦੇਖੋ, ਪੰਜਾਬੀ ਜੇ ਅਜੇ ਤੱਕ ਬੜੇ ਵਧੀਆ ਰਹੇ ਆ ਖੇਤੀ ਦੇ ਵਿੱਚ ਤੇ ਉਹਦੇ ਕਈ ਕਾਰਨ ਆ। ਇੱਕ ਤੇ ਉਹ ਖੁਦ ਮਿਹਨਤੀ ਆ, ਦੂਜਾ ਰੱਬੋਂ ਮਿਹਰ ਰਹਿੰਦੀ ਆ, ਜ਼ਮੀਨ ਚੰਗੀ ਆ, ਤੀਜਾ ਉਹਨਾਂ ਦੇ ਧਰਤੀ ਹੇਠ ਕਾਫੀ ਪਾਣੀ ਸੀ ਜਿਹੜਾ ਉਹਨਾਂ ਨੇ ਹੁਣ ਖਤਮ ਕਰਤਾ, ਚੌਥਾ ਬਾਰਿਸ਼ ਵੀ ਠੀਕ ਠਾਕ ਹੋ ਜਾਂਦੀ ਹੈ, ਸੋਕਾ ਬਹੁਤਾ ਨਹੀਂ ਪੈਂਦਾ, ਔਰ ਨਹਿਰੀ ਪਾਣੀ ਵੀ ਅਜੇ 27% ਹੈਗਾ। ਕੁੱਲ ਮਿਲਾ ਕੇ ਜ਼ਮੀਨ ਜਰਖੇਜ ਹੈ ਸਾਡੀ, ਇਸ ਕਰਕੇ। ਔਰ ਸਭ ਤੋਂ ਵੱਡੀ ਗੱਲ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਮੁੱਖ ਫਸਲਾਂ ਤੇ ਮਿਲਦੀ ਰਹੀ ਹੈ। ਹੁਣ ਕਿਉਂਕਿ ਉਹ ਮੁੱਖ ਫਸਲਾਂ ਦੇ ਮਿਨੀਮਮ ਸਪੋਰਟ ਪ੍ਰਾਈਸ MSP ਨੂੰ ਹਟਾਇਆ ਜਾ ਰਿਹਾ, ਜਿਸ ਕਰਕੇ ਸਾਰਾ ਵਾਪਰੋਲਾ ਇਹ ਖੜਾ ਹੋਇਆ। ਜੇ ਉਹ ਖਤਮ ਹੋ ਜਾਂਦੀ ਹੈ, ਪੰਜਾਬ ਦੀ ਖੇਤੀ ਖਤਮ ਹੋ ਜੂਗੀ। ਪਾਣੀ ਪਹਿਲਾਂ ਹੀ ਖਤਮ ਹੋ ਗਿਆ, ਕੈਂਸਰ ਪਹਿਲਾਂ ਹੀ ਫੈਲਿਆ, ਜ਼ਮੀਨ ਸਾਡੀ ਪਹਿਲਾਂ ਹੀ ਬਿਮਾਰ ਕਰ ਦਿੱਤੀ ਆ, ਰੇ ਪਾ ਕੇ, ਹੋਰ ਸਾਡੇ ਕੀਟਨਾਸ਼ਕ ਦਵਾਈਆਂ ਪਾ ਕੇ। ਤੇ ਸੰਕਟ ਤੇ ਗਹਿਰਾ ਹੈ। ਤਿੰਨੇ ਕਾਨੂੰਨ ਖਤਮ ਕਰਨ ਨਾਲੋਂ ਸੰਕਟ ਖਤਮ ਨਹੀਂ ਹੋਊਗਾ, ਇਹ 'ਚ ਕੋਈ ਦੋ ਰਾਏ ਨਹੀਂ। ਕਿਸਾਨ ਅੱਜ ਤੋਂ 20 ਸਾਲ ਪਹਿਲਾਂ ਤੋਂ ਆਤਮ ਹੱਤਿਆ ਕਰ ਰਹੇ ਆ ਲਗਾਤਾਰ। ਉਹ ਕਿਉਂ ਕਰ ਰਹੇ? ਇਸੇ ਕਰਕੇ ਕਿਉਂਕਿ ਸੰਕਟ ਹੈਗਾ, ਉਹ ਕਰਜ਼ਾਈ ਆ, ਬੜੇ ਵੱਡੇ ਪੱਧਰ ਤੇ ਕਰਜ਼ਾਈ ਹੈ। ਪਰ ਦੇਸ਼ ਦੀਆਂ ਸਰਕਾਰਾਂ, ਭਾਵੇਂ ਉਹ ਪਹਿਲਾਂ ਕਾਂਗਰਸੀ, ਖਾਸ ਕਰਕੇ ਜਿਹੜੀ ਹੁਣ ਵਾਲੀ ਮੋਦੀ ਜੀ ਦੀ ਸਰਕਾਰ ਆ, ਦੂਸਰੀ ਟਰਮ ਜਾ ਰਹੀ ਆ, ਉਹਨਾਂ ਦਾ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਕਿ ਦੇਸ਼ ਦੇ ਲੋਕ ਆਮ ਆਪਣਾ ਜੀਵਨ ਨਿਰਭਰ ਕਿਵੇਂ ਕਰਨਗੇ, ਆਪਣੀ ਪੜ੍ਹਾਈ, ਆਪਣੀ ਸਿਹਤ, ਆਪਣੇ ਬੱਚਿਆਂ ਦਾ ਭਵਿੱਖ, ਉਹਨਾਂ ਲਈ ਰੁਜ਼ਗਾਰ, ਉਹ ਉਹਨਾਂ ਦਾ ਜਿਹੜਾ ਅੱਜ ਦੇ ਦਿਨ ਦੇ ਵਿੱਚ ਮਾੜੀ ਮੋਟੀ ਕਮਾਈ ਚੱਲ ਰਹੀ, ਉਹ ਆਉਣ ਵਾਲੇ ਸਮੇਂ 'ਚ ਕੀ ਬਣੂਗਾ, ਉਹਨਾਂ ਦਾ ਕੋਈ ਇਹੋ ਜਿਹਾ ਸਾਰੋਕਾਰ ਨਹੀਂ। ਉਹਨਾਂ ਦਾ ਸਿਰਫ ਸਾਰੋਕਾਰ ਇਹ ਹੈ ਇਲੈਕਸ਼ਨਾਂ ਦੇ ਵਿੱਚ ਲੜਨਾ, ਇਲੈਕਸ਼ਨਾਂ ਜਿੱਤਣੀਆਂ, ਜਿੱਤਣ ਲਈ ਪੈਸਾ ਕਾਰਪੋਰੇਟਾਂ ਕੋਲ ਲੈਣਾ, ਕਾਰਪੋਰੇਟਾਂ ਨੂੰ ਮੁੜ ਕੇ ਸਾਰਾ ਦੇਸ਼ ਵੇਚਣਾ। ਇਹ ਸਾਰਾ ਧੰਦਾ ਚੱਲ ਰਿਹਾ। ਜਦ ਤੱਕ ਅਸੀਂ ਚੰਗੇ ਕਿਸਮ ਦੀ ਸੋਚ ਵਾਲੀ ਰਾਜਨੀਤੀ ਨਹੀਂ ਲੈ ਕੇ ਆਉਂਦੇ, ਜਿਹੜੀ ਲੋਕਾਂ ਨੂੰ ਜਵਾਬਦੇਹ ਹੋਏ, ਪਾਰਦਰਸ਼ਤਾ ਵਾਲੀ ਹੋਏ ਔਰ ਲੋਕ ਹੇਤੂ ਹੋਏ, ਜਦ ਤੱਕ ਉਹ ਰਾਜਨੀਤੀ ਇਹ ਦੇਸ਼ 'ਚ ਨਹੀਂ ਆਉਂਦੀ। ਜਿਹੜੀਆਂ ਹੋਣ ਵਾਲੀਆਂ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਜਿਸ ਕਿਸਮ ਦਾ ਪਿੱਛੇ ਆਪਾਂ ਦੇਖਿਆ, ਜਿਹੜੀਆਂ ਸੈਂਟਰ ਦੇ ਵਿੱਚ ਮੇਨ ਪਾਰਟੀਆਂ ਰਹੀਆਂ, ਉਹਨਾਂ ਤੋਂ ਅਲੱਗ ਕਿਸਮ ਦੀ ਸਾਡੀ ਸੋਚ ਵਾਲੀਆਂ ਪਾਰਟੀਆਂ ਨਹੀਂ ਆਉਂਦੀਆਂ, ਰਾਜਨੀਤੀ ਨਹੀਂ ਆਉਂਦੀ। ਇਹ ਦੇਸ਼ ਨੂੰ ਬਚਾਉਣਾ ਬਹੁਤ ਮੁਸ਼ਕਿਲ ਆ। ਦੇਸ਼ ਪਹਿਲਾਂ ਹੀ ਵੱਡੇ ਆਰਥਿਕ ਸੰਕਟ 'ਚੋਂ ਨਿਕਲ ਰਿਹਾ, ਆ ਹੁਣ ਨਵਾਂ ਦੇਖਿਓ ਤੁਸੀਂ, ਇਸ ਮੂਵਮੈਂਟ ਤੋਂ ਬਾਅਦ ਦੇਸ਼ ਇੱਕ ਵੱਡੇ ਰਾਜਨੀਤਿਕ ਸੰਕਟ ਵੱਲ ਵੱਧ ਰਿਹਾ। ਔਰ ਜਿਹਦਾ ਵੱਡੀ ਗੱਲ ਨਹੀਂ ਹੈ ਕਿ ਜੇ ਇੱਥੇ ਸਿਵਲ ਵਾਰ ਵੀ ਲੱਗ ਸਕਦੀ। ਪੁਰਾਣੇ ਲੀਡਰਾਂ ਦਾ ਆਪਾਂ ਖਹਿੜਾ ਨਹੀਂ ਛੱਡਦੇ ਹੈਗੇ। ਜੇ ਕਹੀਏ ਉਹੀ ਆਪਾਂ ਅੱਜ ਤੋਂ ਟਾਈਮ ਉਰੇ ਆ, ਸਾਰਾ ਪੰਜਾਬ, ਹਰਿਆਣਾ ਸਾਰੇ ਇਕੱਠੇ ਆ, ਪਿੰਡ ਜਾ ਕੇ ਅਸੀਂ ਫੇਰ ਆਪਣੇ ਪਾਰਟੀ ਬਾਜੀਆਂ 'ਚ ਵੰਡੇ ਜਾਵਾਂਗੇ। ਜੇਕਰ ਕੋਈ ਮਾੜਾ ਮੋਟਾ ਚੰਗਾ ਕੰਮ ਕਰਨ ਲੱਗਦਾ ਹੈ ਤਾਂ ਲੋਕ ਕਹਿੰਦੇ ਨੇ ਕਿ ਇਹਦਾ ਆਪਣੀ ਸਿਰਫ ਅੱਗੇ ਵਾਲੇ ਆਪਣੀ ਪੋਲੀਟੀਕਲ ਸ਼ਾਖ ਤਿਆਰ ਕਰ ਰਿਹਾ ਹੈ। ਫਿਰ ਤੋਂ ਪੋਲੀਟੀਕਲ ਬਦਲਾਅ ਆਊਗਾ ਕਿਵੇਂ? ਨਹੀਂ, ਇਹ ਦੇਖੋ ਇਸੇ ਚਰਨਿੰਗ 'ਚੋਂ ਨਿਕਲੂਗਾ। ਤੁਸੀਂ ਕਦੀ ਸੋਚ ਸਕਦੇ ਸੀ ਕਿ ਹਰਿਆਣੇ ਤੇ ਪੰਜਾਬ ਦਾ ਇੰਨਾ ਪਿਆਰ ਬਣ ਜਾਊਗਾ? ਕਦੀ ਤੁਸੀਂ ਸੋਚ ਸਕਦੇ ਸੀ ਕਿ ਜਿਹੜੇ ਪੰਜਾਬ ਦੇ ਐਡੇ ਵੱਡੇ ਪੱਧਰ ਤੇ ਨੌਜਵਾਨ ਆ ਕੇ ਇਸ ਮੂਵਮੈਂਟ 'ਚ ਸ਼ਾਮਲ ਹੋਣਗੇ? ਤੁਸੀਂ ਸੋਚ ਸਕਦੇ ਸੀ ਕਿ ਜਿਹੜੇ ਗਵਈਏ, ਭੜਕਾਊ ਤੇ ਉਹ ਜੇ ਅਸ਼ਲੀਲ ਗਾਣੇ ਗਾਉਂਦੇ ਸੀਗੇ, ਜਾਂ ਜੱਟ 24 ਘੰਟੇ ਕਰਦੇ ਸੀ, ਦਾਰੂਆਂ ਦੀਆਂ ਗੱਲਾਂ ਕਰਦੇ ਸੀ, ਦੇਸ਼ ਭਗਤੀ ਦੀਆਂ ਗੱਲਾਂ ਕਰਨ ਲੱਗ ਪਏ? ਇਹ ਇੱਕ ਨਵੀਂ ਸੋਚ ਦੀ ਬੁਨਿਆਦ ਰੱਖੀ ਗਈ ਹੈ, ਔਰ ਇਸ ਦੇ ਜਦ ਫਲ ਲੱਗਣਗੇ ਉਹ ਬੜੇ ਮਿੱਠੇ ਹੋਣਗੇ। ਪਿਛਲੇ ਟਾਈਮ ਜ਼ਿਆਦਾਤਰ ਅਖਬਾਰਾਂ ਦੀਆਂ ਸੁਰਖੀਆਂ ਵੀ ਰਹੀਆਂ ਨੇ। ਲੋਕਾਂ ਦੇ ਇੱਕ ਜਿਹਨ 'ਚ ਸਵਾਲ ਸੀ ਕਿ ਪੰਜਾਬ ਖਾਲੀ ਹੋ ਰਿਹਾ, ਹਰਿਆਣਾ ਖਾਲੀ ਹੋ ਰਿਹਾ, ਨੌਜਵਾਨ ਦਬਕਾ ਬਾਹਰ ਜਾ ਰਿਹਾ। ਪਰ ਇੱਥੇ ਆ ਕੇ ਆਪਾਂ ਦੇਖਦੇ ਹਾਂ ਕਿ ਨੌਜਵਾਨ ਤਾਂ ਲੱਖਾਂ ਦੀ ਤਾਦਾਦ 'ਚ ਨੇ। ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਬਿਲਕੁਲ ਉਹ ਬਾਹਰ ਜਾਣਾ ਬੰਦ ਨਹੀਂ ਹੋਊਗਾ, ਕਿਉਂਕਿ ਇੱਥੇ ਜੌਬ ਦੀਆਂ, ਨੌਕਰੀਆਂ ਦੀ ਅਪਰਚੁਨਿਟੀ ਹੈ ਨਹੀਂ, ਇਸ ਲਈ ਤੇ ਜਾਣਗੇ ਹੀ। ਪਰ ਜਿਹੜਾ ਨੌਜਵਾਨ ਇੱਥੇ ਪਿੱਛੇ ਰਹਿ ਗਿਆ, ਉਸ ਕੋਲ ਬਹੁਤ ਜੋ ਨੌਜਵਾਨ ਇੱਥੇ ਪਿੱਛੇ ਹੈਗੇ ਅੱਜ ਦੀ ਤਰੀਕ ਦੇ ਵਿੱਚ, ਮੈਨੂੰ ਲੱਗਦਾ ਕਿ ਉਹਨਾਂ ਲਈ ਹੋਰ ਕੋਈ ਹੋਰ ਚਾਰਾ ਨਹੀਂ ਸਵਾਏ ਕਿ ਉਹ ਆਪਣਾ ਡਟ ਕੇ ਇਹੋ ਜਿਹੀ ਮੂਵਮੈਂਟ ਵਿੱਚ ਆਉਣ, ਆਪਣੇ ਦੇਸ਼ ਲਈ ਸੋਚਣ। ਔਰ ਇਹ ਲੋਕ ਜਿਹੜੇ ਆਪਣੇ ਆਪ ਨੂੰ ਦੇਸ਼ ਭਗਤੀ ਦੇ ਨਾਂ ਦੇ ਉੱਤੇ ਕਲੰਕ ਬਣੇ ਹੋਏ ਆ ਦੇਸ਼ ਲਈ, ਔਰ ਇਸ ਸੰਵਿਧਾਨ ਨੂੰ ਕਿਸੇ ਨੇ ਨਾ ਕਿਸੇ ਤਰੀਕੇ ਨਾਲ ਢਾਉਣਾ ਚਾਹੁੰਦੇ ਆ। ਦੇਸ਼ ਦੇ ਜਿਹੜਾ ਸੰਵਿਧਾਨ ਆ ਉਸ ਨੂੰ ਖਤਮ ਕਰਕੇ ਆਪਣੀ ਕਿਸਮ ਦੀ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਆ। ਉਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਇਹ ਨੌਜਵਾਨ ਦੇਣਗੇ ਜਿਹੜੇ ਅੱਜ ਇੱਥੇ ਰੈਲੀਆਂ ਦੇ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਏ ਆ। ਕਿਤੇ ਨਾ ਕਿਤੇ ਇੱਕ ਵਾਰ ਤਾਂ ਆਪਾਂ ਕਹਿ ਰਹੇ ਹਾਂ ਕਿ ਸੂਬੇ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ,
ਪਰ ਹੁਣ ਜਿੰਨੇ ਕੁ ਸੂਬਾ ਸਰਕਾਰ ਕੋਲੇ ਅਧਿਕਾਰ ਨੇ, ਪਹਿਲਾਂ ਕਿੰਨੇ ਮਹਿਕਮੇ ਸੀ, ਮਾਰਕਫੈਡ, ਪਨਗ੍ਰੇਨ, BSNL, ਕੁਝ ਵੀ ਕਹਿ ਲਈਏ ਆਪਾਂ, ਸਿੱਖਿਆ ਦਾ ਅਧਿਕਾਰ ਤਾਂ ਚਲੋ ਸਰਕਾਰ ਕੋਲੇ ਹੈਗਾ। ਤੁਹਾਨੂੰ ਲੱਗਦਾ ਨਹੀਂ ਕਿ ਵੱਧ ਅਧਿਕਾਰਾਂ ਨਾਲੋਂ ਪਹਿਲਾਂ ਉਹ ਬੰਦੇ ਬਦਲਣ ਦੀ ਲੋੜ ਹੈ ਜਿਹੜੇ ਵੱਧ ਅਧਿਕਾਰਾਂ ਨੂੰ ਸਹੀ ਵਰਤਣ? ਨਹੀਂ, ਇਹ ਵੱਧ ਅਧਿਕਾਰ ਨਹੀਂ ਦੇਣਗੇ, ਇਹ ਨਹੀਂ ਦੇਣਗੇ ਤੇ ਜਿੰਨੇ ਕੁ ਦਿੱਤੇ ਆ ਉਹ ਵੀ ਖੋਣਗੇ ਔਰ ਖੋ ਰਹੇ ਆ, ਲਗਾਤਾਰ ਹੋਰ ਖੋਣਗੇ। ਕੋਈ ਵੀ ਹੋਰ ਆਵੇ ਉਹ ਇਸੇ ਚਾਲ 'ਚ ਚੱਲੂਗਾ, ਕਿਉਂਕਿ ਸਰਮਾਇਆ ਕੁਝ ਕੁ ਲੋਕਾਂ ਦੇ ਹੱਥ 'ਚ ਇੰਨਾ ਹੋ ਗਿਆ ਕਿ ਉਹ ਸੂਬੇ ਦੀਆਂ ਸਰਕਾਰਾਂ ਖਰੀਦ ਸਕਦੇ, ਪੂਰੇ ਦੇਸ਼ ਦੀਆਂ ਸਰਕਾਰਾਂ ਖਰੀਦ ਸਕਦੇ ਆ। ਇਹ ਹਾਲਤ ਬਣੀ ਹੋਈ ਹੈ। ਇਸ ਲਈ ਜਦ ਤੱਕ ਨਵੀਂ ਕਿਸਮ ਦੀ ਸੋਚ ਵਾਲੀਆਂ ਰਾਜਨੀਤੀ ਇੱਥੇ ਹਾਵੀ ਨਹੀਂ ਹੁੰਦੀ, ਨਵੀਂ ਜਾਗਰਤੀ ਪੈਦਾ ਨਹੀਂ ਹੁੰਦੀ, ਨਵੀਂ ਜਿਹਨੂੰ ਤੁਸੀਂ ਕਹਿੰਦੇ ਆ ਕਿ ਇਹਨਾਂ ਹੋਣ ਵਾਲੀਆਂ ਪਾਰਟੀਆਂ ਤੋਂ ਅਲੱਗ ਨਵੀਂ ਕਿਸਮ ਦੀ ਪਾਰਟੀਆਂ, ਸਮੂਹ ਕਹੋ ਜਾਂ ਕੋਈ ਇੱਕ ਪਾਰਟੀ ਕਹੋ, ਨਹੀਂ ਆਉਂਦੀਆਂ। ਮੈਨੂੰ ਕੋਈ ਬਹੁਤੀ ਉਮੀਦ ਨਹੀਂ ਹੈ ਕਿ ਜੋ ਅੱਜ ਜਿੱਧਰ ਨੂੰ ਇਹ ਪਾਰਟੀਆਂ ਦੇਸ਼ ਨੂੰ ਲਿਜਾ ਰਹੀਆਂ, ਕੁਝ ਕੁ ਲੋਕਾਂ ਨੂੰ ਇਹ ਪੂਰਾ ਦੇਸ਼ ਵੇਚਣਾ ਚਾਹੁੰਦੀਆਂ, ਉਹਨਾਂ ਦੀ ਜੇਬ 'ਚ ਪਾਉਣਾ ਚਾਹੁੰਦੀਆਂ, ਉਹਨੂੰ ਨਹੀਂ ਰੋਕਿਆ ਜਾ ਸਕਦਾ ਜਦ ਤੱਕ ਇੱਥੇ ਜਿਹੜੀ ਬੁਨਿਆਦ ਰੱਖੀ ਜਾ ਰਹੀ ਹੈ। ਮੈਂ ਫਿਰ ਇਹ ਗੱਲ ਕਹੂੰਗਾ ਕਿ ਉਹ ਇੱਕ ਨਵੀਂ ਸੋਚ ਦੀ, ਨਵੀਂ ਰਾਜਨੀਤੀ ਦੀ, ਨਵੇਂ ਭਵਿੱਖ ਦੀ ਉਹ ਇਹ ਬੁਨਿਆਦ ਰੱਖੀ ਜਾ ਰਹੀ ਹੈ। ਇਹਦੇ 'ਚ ਤੁਸੀਂ ਦੇਖੋਗੇ ਕਿ ਨਵੀਂ ਕਿਸਮ ਦੀ ਰਾਜਨੀਤੀ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ। ਲਾਸਟ ਸਵਾਲ ਹੈ ਮੇਰਾ, ਜਿਹੜੇ ਹੁਣ ਪੰਜਾਬ ਦੇ ਵਿੱਚ ਪਹਿਲਾਂ ਪਾਰਟੀਆਂ ਨੇ, ਤੁਹਾਨੂੰ ਲੱਗਦਾ ਕੋਈ ਮਾੜਾ ਮੋਟਾ ਜਿਹੜਾ ਕੋਈ ਲੀਡਰ ਕੋਈ ਪੰਜਾਬ ਹਤੈਸ਼ੀ ਲੱਗਦਾ ਜਿਹੜਾ ਕੋਈ ਅੱਗੇ ਕਿਸਾਨੀ ਨੂੰ ਉੱਪਰ ਲੈ? ਦੇਖੋ, ਉਹਨਾਂ 'ਚੋਂ ਇੰਡੀਵਿਜੂਅਲ ਤੇ ਚੰਗੇ ਹੋ ਸਕਦੇ ਆ, ਪਰ ਜਿਹੜੀਆਂ ਮੁੱਖ ਪਾਰਟੀਆਂ ਆ ਉਹਨਾਂ ਦਾ ਤੇ ਕਾਫੀ ਜਲੂਸ ਨਿਕਲਿਆ ਹੋਇਆ। ਇਸ ਲਈ ਪਿੱਛੇ ਜੇ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ, ਪਹਿਲਾਂ PPP ਬਣਾਈ ਮਨਪ੍ਰੀਤ ਬਾਦਲ ਵਾਲੀ, ਉਹ ਤੇ ਚੱਲਣ ਤੋਂ ਪਹਿਲਾਂ ਹੀ ਛੁਰਲੀ ਜਿਹੜੀ ਆ ਫੇਲ ਹੋ ਗਈ। ਫਿਰ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਉਹ ਵੀ ਫੇਲ ਹੋ ਗਈ। ਹੁਣ ਮੈਨੂੰ ਲੱਗਦਾ ਕਿ ਉਹ ਦੋਵਾਂ ਤੋਂ ਬਾਅਦ ਕੁਛ ਨਾ ਕੁਛ ਹੁਣ ਨਵਾਂ ਜ਼ਰੂਰ ਸਾਹਮਣੇ ਆਊਗਾ। ਤੁਸੀਂ ਇਹ ਚਰਨਿੰਗ ਹੈਗੀ ਆ ਅੱਜ ਦੀ ਤਰੀਕ ਦੇ ਵਿੱਚ, ਕੁਛ ਵੀ ਮੈਂ ਉਹੋ ਜਿਹਾ ਪੰਡਤ ਤੇ ਹੈ ਨਹੀਂ ਕਿ ਕਹਿ ਦੂੰ ਇੰਝ ਹੋਊਗਾ, ਪਰ ਇੰਨਾ ਜ਼ਰੂਰ ਆ ਕਿ ਇਹ ਜਿਹੜੀ ਜਾਗ ਲੱਗ ਗਈ ਹੈ, ਇਹ ਹੁਣ ਮੁੜ ਕੇ ਜਾਂ ਇਹ ਲੋ ਜਿਹੜੀ ਜਗ ਪਈ ਹੈ, ਇਹਦੀ ਰੋਸ਼ਨੀ ਦੂਰ ਤੱਕ ਜਾਊਗੀ, ਵਿਦੇਸ਼ਾਂ ਤੱਕ ਜਾ ਰਹੀ ਹੈ ਔਰ ਬਹੁਤ ਵੱਡਾ ਹੰਗਾਰਾ ਮਿਲਿਆ। ਮੈਨੂੰ ਲੱਗਦਾ ਕਿ ਇਕੱਲਾ ਸਾਡੇ ਦੇਸ਼ 'ਚ ਹੀ ਨਹੀਂ, ਇਸ ਜਾਗਰਤੀ ਦਾ ਅਸਰ ਵਿਦੇਸ਼ਾਂ ਵਿੱਚ ਵੀ ਹੋਊਗਾ। ਜਿੱਥੇ ਜਿੱਥੇ ਵੀ ਲੋਕਾਂ ਨੂੰ ਲਿਬਰਲ ਏਜੰਡੇ ਦੇ ਨਾਂ ਤੇ, ਆਧਾਰਵਾਦੀ ਏਜੰਡੇ ਦੇ ਨਾਂ ਤੇ ਕੁਚਲਿਆ ਜਾ ਰਿਹਾ, ਦਬਾਇਆ ਜਾ ਰਿਹਾ, ਉਜਾੜਿਆ ਜਾ ਰਿਹਾ, ਉੱਥੇ ਇਹ ਦਾਰੂ ਜਿਹੜਾ ਇੱਥੇ ਅਸੀਂ ਤਿਆਰ ਕਰ ਰਹੇ ਹਾਂ, ਜਾਂ ਜਿਹੜਾ ਇਹ ਫਾਰਮੂਲਾ ਨਵੀਂ ਜਾਗਰਤੀ ਦਾ ਦੇ ਰਹੇ ਹਾਂ, ਇਸ ਦੀ ਦੂਰ ਤੱਕ ਦੂਰ ਅੰਦੇਸ਼ੀ ਰਿਜ਼ਲਟ ਨਿਕਲਣਗੇ। ਸਾਡੇ ਦੇਸ਼ ਦੇ ਵਿੱਚ ਵੀ ਉਹ ਪਰਤਾਓ ਜ਼ਰੂਰ ਆਊਗਾ। ਕਈ ਵਾਰੀ ਕੀ ਚੱਕਰ ਹੁੰਦਾ, ਚਾਹੇ ਆਪਾਂ PPP ਦੀ ਗੱਲ ਕਰੀਏ, ਚਾਹੇ ਆਪ ਦੀ ਗੱਲ ਕਰੀਏ, ਜਿਹੜੇ ਉਦੋਂ ਪਹਿਲਾਂ ਵੀ ਆਈਆਂ ਨੇ, ਪੰਜਾਬੀਆਂ ਨੂੰ ਕੁਝ ਕੁ ਗੱਲਾਂ ਕਰਕੇ ਭਰਮਾ ਲਾਉਂਦੇ ਨੇ। ਆਪਾਂ ਛੇਤੀ ਪੰਜਾਬੀ ਗੱਲਾਂ 'ਚ ਆ ਜਾਂਦੇ ਹਾਂ, ਪਰ ਬਾਅਦ 'ਚ ਚਾਹੇ ਤੁਸੀਂ ਮਨਪ੍ਰੀਤ ਲੀਡਰ ਦੇ ਪਿਛਲੇ ਬਿਆਨ ਦੇਖ ਲਓ, ਕਿੰਨੇ ਉਹ ਪੰਜਾਬ ਹਤੈਸ਼ੀ ਸੀ, ਨੌਜਵਾਨ ਵਰਗ ਬਹੁਤ ਸੀ ਉਹਨਾਂ ਕਨੀ, ਪਰ ਅੱਜ ਉਹ ਰਾਜਨੀਤੀ ਦੇ ਵਿੱਚ ਨੇ, ਅੱਜ ਕੋਈ ਪੰਜਾਬ ਬਾਰੇ ਹੈ ਨਹੀਂਗਾ। ਉਹ ਉੱਥੇ ਆਪਾਂ ਪਰਖ ਕਿਵੇਂ ਕਰੀਏ ਚੰਗੇ ਲੀਡਰ ਦੀ? ਇਕੱਲੀਆਂ ਗੱਲਾਂ ਤੋਂ ਤਾਂ ਨਹੀਂ ਪਰਖ ਹੋ ਸਕਦੀ। ਆਹ ਜਿਹੜੀ ਯੂਨੀਵਰਸਿਟੀ ਖੁੱਲੀ ਆ ਹੁਣ, ਆ ਜਿਹੜੀ ਸੜਕਾਂ ਤੇ ਬੈਠੀ ਯੂਨੀਵਰਸਿਟੀ ਆ, ਕਿਸਾਨ ਮਜ਼ਦੂਰ ਦੀ ਯੂਨੀਵਰਸਿਟੀ ਆ, ਜਿਹੜੀ ਇੱਥੇ ਰਾਜਨੀਤਿਕ ਸਿੱਖਿਆ ਦਿੱਤੀ ਜਾ ਰਹੀ, ਜਿਹੜੀ ਇੱਥੇ ਸੋਚ, ਇੱਥੇ ਵਿਚਾਰ ਹੋ ਰਹੀ ਹੈ, ਉਹ ਬਿਲਕੁਲ ਉਹਨਾਂ ਗੱਲਾਂ ਨਾਲੋਂ ਲੱਗ ਗਿਆ। ਇਸ ਲਈ ਤੁਸੀਂ ਦੇਖਿਓ ਕਿ ਇਹਦੇ ਇਸੇ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਪਹਿਲੀਆਂ ਵਾਲੀਆਂ ਚੀਜ਼ਾਂ ਦਾ ਦੁਬਾਰਾ ਗੇੜਾ ਨਹੀਂ ਹੈਗਾ। ਇਹ ਬਿਲਕੁਲ ਇੱਕ ਨਵੀਂ ਚੀਜ਼ ਹੋਊਗੀ ਔਰ ਇਹਦੇ 'ਚੋਂ ਨਵੀਂ ਸੋਚ ਤੇ ਨਵੀਂ ਕਿਸਮ ਦੀ ਰਾਜਨੀਤੀ ਜ਼ਰੂਰ ਉਗਮੂਗੀ। ਉਹਨੂੰ ਟਾਈਮ ਲੱਗ ਸਕਦਾ ਕਿਉਂਕਿ ਏਜੰਡੇ ਵੱਡੇ ਆ, ਪਰ ਇਹ ਨਹੀਂ ਕਿ ਇਹ ਜਿਹੜੀ ਵਿਅਰਥ ਜਾਊਗੀ। ਇੱਥੋਂ ਹੀ ਜੋ ਨਵਾਂ ਲੋਕਾਂ ਨੇ ਸਿੱਖਿਆ, ਜਿਹੜੇ ਲੋਕ ਅਮਿਤ ਸ਼ਾਹ ਨੂੰ ਆਪਣੀ ਮੀਟਿੰਗ 'ਚ ਵੇਟ ਕਰ ਸਕਦੇ, ਜਿਹਦੇ ਪ੍ਰਧਾਨ ਨੂੰ ਵੇਟ ਕਰਨਾ ਪੌਣਾ ਘੰਟਾ ਵੇਟ ਕਰਨ ਲਾ ਸਕਦੇ ਆ, ਜਿਹੜੇ ਬੰਦੇ ਇਹ ਮੰਗ ਕਰ ਰਿਹਾ ਕਿ ਪ੍ਰਧਾਨ ਮੰਤਰੀ ਆ ਕੇ ਸਾਡੇ ਨਾਲ ਗੱਲ ਕਰੇ, ਉਦੋਂ ਥੱਲੇ ਗੱਲ ਨਹੀਂ ਅਸੀਂ ਕਰਾਂਗੇ, ਉਹਨਾਂ ਦੀ ਹਿੰਮਤ ਦੇਖੋ, ਉਹਨਾਂ ਦੀ ਸੋਚ ਦੀ ਬਿਲਕੁਲ ਕਲੈਰਿਟੀ ਦੇਖੋ, ਉਹਨਾਂ ਦਾ ਸੈਲਫ ਕੌਨਫੀਡੈਂਸ ਦੇਖੋ, ਆਤਮ ਵਿਸ਼ਵਾਸ ਦੇਖੋ, ਔਰ ਉਹ ਸੱਚਾਈ ਤੇ ਟਿਕੇ ਹੋਇਆ, ਉਹਨਾਂ ਨੂੰ ਦਿਖ ਪਿਆ, ਸਾਫ਼ ਦਿਖ ਪਿਆ। ਇਹ ਹੁਣ ਮੂਵਮੈਂਟ ਜਿਹੜੀ ਜਾਗੀ ਹੈ, ਇਹ ਉਛਾਲਾ ਜਿਹੜਾ ਜਾਗਿਆ, ਇਹ ਵਾਬਰੋਲਾ ਇੱਥੇ ਰੁਕਣ ਵਾਲਾ ਨਹੀਂ, ਇਹ ਪੂਰੇ ਦੇਸ਼ 'ਚ ਘੁੰਮੂਗਾ ਔਰ ਆਪਣਾ ਮੈਸੇਜ ਦਊਗਾ ਕਿ ਜਾਗੋ ਔਰ ਇਸ ਕਿਸਮ ਦੀ ਜਿਹੜੀ ਰਾਜਨੀਤੀ ਹੈ, ਜਿਹੜੀ ਲੋਕਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਹੀ ਖਾਣ ਦੀ ਰਾਜਨੀਤੀ ਹੈ, ਉਹਦੇ 'ਚੋਂ ਬਾਹਰ ਕਿਵੇਂ ਆਉਣਾ, ਉਹਦੇ ਲਈ ਇਹ ਜਾਗ ਲਾਉਣ ਲਈ ਸਾਰੇ ਦੇਸ਼ 'ਚ ਜਾਣਗੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਟਾਈਮ ਦਿੱਤਾ। ਆਉਣ ਵਾਲੇ ਟਾਈਮ 'ਚ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿਸੇ ਚੰਗੇ ਸੂਝਵਾਨ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਪੇਸ਼ ਕਰਦੇ ਰਹਾਂਗੇ। ਤਦ ਤੱਕ ਲਈ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਚੰਗੀ ਸ਼ਖਸੀਅਤ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਧੰਨਵਾਦ ਜੀ।